Now the next topic we are doing, except the tenses, that is your passive of imperative sentences. Imperative sentences क्या ਹੁੰਦੇ? ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕੁਝ sentences ਇਦਾਂ ਦੇ ਹੁੰਦੇ ਆ ਜਿਹਦੇ ਵਿੱਚ ਕਿ ਆਪਾਂ ਕੋਈ ਮੂਰੇ subjects ਵਗੈਰਾ ਨਹੀਂ ਲਗਾ ਰਹੇ ਹਾਂ, ਹੈ ਨਾ, ਜਿਵੇਂ open the door, don't tease the dog, ਹੈ ਨਾ, let me finish the work, ਜਾਂ ਆਪਾਂ ਕਿਸੇ ਤੋਂ ਰਿਕੁਐਸਟ ਕਰਦੇ ਹਾਂ ਪਲੀਜ਼ ਹੈਲਪ ਮੀ, ਜਾਂ ਵਟਐਵਰ ਵੀ ਆਰ ਸੇਇੰਗ ਲਾਈਕ ਵਿਦਾਊਟ ਐਨੀ ਸਬਜੈਕਟ। ਹੁਣ ਤੱਕ ਆਪਾਂ ਜਿੰਨੇ ਵੀ ਸੈਂਟੈਂਸਿਸ ਕੀਤੇ ਉਹਦੇ 'ਚ ਪ੍ਰੋਪਰ ਇੱਕ ਸੈਂਟੈਂਸ ਫਾਰਮੇਸ਼ਨ ਸੀਗੀ ਜਿਹਦੇ ਸਬਜੈਕਟ ਸੀਗਾ, ਫਿਰ ਵਰਬ ਆਉਂਦਾ ਹੈ, ਫਿਰ ਆਬਜੈਕਟ ਆਉਂਦਾ ਹੈ, ਰਾਈਟ। ਸੋ ਨਾਓ ਵੀ ਹੈਵ ਸੈਂਟੈਂਸਿਸ, ਦੇ ਆਰ ਕਾਲਡ ਦ ਇੰਪੈਰੇਟਿਵ ਸੈਂਟੈਂਸਿਸ। ਤਾਂ ਇਹਦੇ ਆਪਾਂ ਰੂਲਸ ਦੇਖ ਲੈਂਦੇ ਹਾਂ। ਪਹਿਲਾਂ ਜਿਹੜਾ ਇੰਪੈਰੇਟਿਵ ਸੈਂਟੈਂਸ ਹੁੰਦਾ ਹੈ, ਕੋਈ ਵੀ ਜਿਹੜਾ ਇੰਪੈਰੇਟਿਵ ਸੈਂਟੈਂਸ ਹੁੰਦਾ ਹੈ ਇਨ ਪੈਸਿਵ ਵੌਇਸ ਬਿਗਿਨ ਵਿਦ ਲੈਟ, ਠੀਕ ਹੈ ਜੀ। ਜਿਹੜੇ ਇੰਪੈਰੇਟਿਵ ਸੈਂਟੈਂਸ ਦੀ ਆਪਾਂ ਜਦੋਂ ਵੌਇਸ ਕਰਾਂਗੇ ਤਾਂ ਉਹ ਜਿਹੜੇ ਹੈ ਲੈਟ ਤੋਂ ਸਟਾਰਟ ਹੋਣਗੇ। ਦ ਪੈਸਿਵ ਫਾਰਮ ਵਿਲ ਬੀ ਲੈਟ ਪਲੱਸ ਬੀ ਪਲੱਸ ਵਰਬ ਦੀ ਥਰਡ ਫਾਰਮ। ਦਿਸ ਇਜ਼ ਯੋਰ ਫਰਸਟ ਰੂਲ। ਕਈ ਸੈਂਟੈਂਸਿਸ ਇੱਦਾਂ ਦੇ ਹੋਣੇ ਆ ਵੈਨ ਦੇयर ਇਜ਼ ਆਲਰੇਡੀ ਲੈਟ, ਮਤਲਬ ਕੁਛ ਤਾਂ ਸੈਂਟੈਂਸ ਵਿੱਚ ਲੈਟ ਨਹੀਂ ਹੋਣਾ, ਅਸੀਂ ਬਾਅਦ ਚ ਲਗਾਉਣਾ ਹੈ ਔਰ ਉਹ ਤੋਂ ਬਾਅਦ ਬੀ ਲਗਾਣੀ ਸਬਜੈਕਟ ਦੇ ਨਾਲ, ਫਿਰ ਵਰਬ ਦੀ ਥਰਡ ਫਾਰਮ ਲਗਾਣੀ ਹੈ। ਕਈ ਸੈਂਟੈਂਸਿਸ ਤੁਹਾਡੇ ਇੱਦਾਂ ਦੇ ਮਿਲਣਗੇ ਤੁਹਾਨੂੰ ਜਿਨ੍ਹਾਂ ਵਿੱਚ ਆਲਰੇਡੀ ਲੈਟ ਲੱਗਿਆ ਹੋਏਗਾ ਉਸ ਸੈਂਟੈਂਸ ਦੇ ਵਿੱਚ, ਠੀਕ ਹੈ ਜੀ। ਤਾਂ ਪੈਸਿਵ ਸਟਰਕਚਰ ਇਜ਼ ਸੇਮ ਐਜ਼, ਜਿਵੇਂ ਉਹਦਾ ਜਿਹੜਾ ਸਟਰਕਚਰ ਹੋਏਗਾ ਸੇਮ ਹੋਏਗਾ, ਜਿੱਦਾਂ ਕਿ ਲੈਟ ਲੱਗੇਗਾ, ਫਿਰ ਬੀ ਲੱਗੇਗਾ, ਫਿਰ ਵਰਬ ਦੀ ਥਰਡ ਫਾਰਮ ਲੱਗੇਗੀ, ਰਾਈਟ। ਸੋ ਤੀਜਾ ਟਾਈਪ ਦੇ ਸੈਂਟੈਂਸ ਜਿਹੜਾ ਥਰਡ ਰੂਲ ਹੈ ਇਨ ਸੈਂਟੈਂਸਿਸ ਸ਼ੋਇੰਗ, ਕਈ ਹੁੰਦੇ ਆ ਜੇ ਸਾਨੂੰ ਪਤਾ ਲੱਗ ਜਾਂਦਾ ਵੀ ਆਰਡਰ ਹੈ, ਰਿਕੁਐਸਟ ਹੈ, ਤਾਂ ਉਹਨਾਂ ਦੇ ਵਿੱਚ ਆਪਾਂ ਯੂ ਆਰ ਆਰਡਰ ਟੂ, ਯੂ ਆਰ ਐਡਵਾਈਜ਼ ਟੂ, ਯੂ ਆਰ ਰਿਕੁਐਸਟਡ ਟੂ, ਫਿਰ ਇਨਫਿਨਿਟਿਵ ਲਗਾਉਣਾ ਮਤਲਬ ਟੂ ਲਗਾਉਣਾ, ਠੀਕ ਹੈ ਜੀ। ਆਪਾਂ ਅੱਗੇ ਸੈਂਟੈਂਸਿਸ ਕਰ ਲਾਂਗੇ, ਦੈਨ ਇਟ ਵਿਲ ਬੀ ਮੋਰ ਕਲੀਅਰ ਟੂ ਯੂ। ਜਿਵੇਂ ਇੱਕ ਸੈਂਟੈਂਸ ਹੈ ਓਪਨ ਦਾ ਵਿੰਡੋ, ਤਾਂ ਇਹ ਸੈਂਟੈਂਸ ਹੈ ਜਿਹੜੇ ਆਪਾਂ ਨੂੰ ਨਾ ਕੁਛ ਇੱਦਾਂ ਦਾ ਕਲੀਅਰ ਨਹੀਂ, ਬਸ ਸਿੱਧਾ ਆਪਾਂ ਇੱਕ ਸੈਂਟੈਂਸ ਬੋਲ ਰਹੇ ਹਾਂ ਓਪਨ ਦਾ ਵਿੰਡੋ, ਇਹ 'ਚ ਸਾਨੂੰ ਕੋਈ ਆਰਡਰ ਵਗੈਰਾ ਸਾਨੂੰ ਨਹੀਂ ਪਤਾ ਲੱਗ ਰਿਹਾ। ਤਾਂ ਮੋਸਟਲੀ ਆਪਾਂ ਸੈਂਟੈਂਸ ਕਿੱਦਾਂ ਦੇ ਬਣਾਉਂਦੇ ਆ, ਇਹ ਪਹਿਲਾਂ ਲੈਟ ਲਗਾਉਂਦੇ ਆ, ਫਿਰ ਜਿਹੜਾ ਵੀ ਤੁਹਾਡਾ ਸਬਜੈਕਟ ਦਿੱਤਾ ਹੋਇਆ ਉਹ ਲਿਖਣਾ ਹੈ, ਉਸ ਤੋਂ ਬਾਅਦ ਬੀ ਲਗਾਉਣਾ ਹੈ, ਔਰ ਫਿਰ ਜਿਹੜੀ ਵਰਬ ਹੈ ਉਹਦੀ ਥਰਡ ਫਾਰਮ ਆਣੀ ਹੈ। ਥਰਡ ਫਾਰਮ ਤਾਂ ਜਿੰਨੀ ਵੀ ਆਪਾਂ ਵੌਇਸ ਕਰ ਰਹੇ ਹਾਂ ਉਹਦੇ 'ਚ ਹਮੇਸ਼ਾ ਹੀ ਥਰਡ ਫਾਰਮ ਲਗਾਣੀ ਹੈ, ਚਾਹੇ ਟੈਂਸਿਸ ਸੀਗੇ, ਚਾਹੇ ਆਪਾਂ ਦੂਸਰੇ ਟਾਈਪ ਦੇ ਕੁਝ ਹੋਰ ਵੀ ਵੌਇਸ ਕੀਤੀ ਹੈ। ਹੁਣ ਆਪਾਂ ਇੰਪੈਰੇਟਿਵ ਸੈਂਟੈਂਸਿਸ ਦੀ ਕਰ ਰਹੇ ਹਾਂ। ਸੋ ਵਟ ਵੀ ਆਰ ਗੋਇੰਗ ਟੂ ਡੂ ਇਜ਼ ਵੀ ਹੈਵ ਟੂ ਯੂਜ਼ ਦ ਥਰਡ ਫਾਰਮ ਆਫ ਆਲਵੇਜ਼। ਸੋ ਇਹ ਤੁਹਾਡਾ ਫਰਸਟ ਜਿਹੜਾ ਰੂਲ ਹੈ ਉਹਦੇ ਹਿਸਾਬ ਨਾਲ ਹੋ ਗਿਆ। ਇੱਦਾਂ ਹੀ ਸੈਕਿੰਡ ਦੇਖੋ, ਮਤਲਬ ਪੋਜ਼ਿਟਿਵ ਸੈਂਟੈਂਸ ਵੀ ਹੈ, ਨੈਗੇਟਿਵ ਵੀ। ਮੈਂ ਤੁਹਾਨੂੰ ਦੱਸ ਰਹੀ ਹਾਂ, ਡੋਂਟ ਟੀਜ਼ ਦਾ ਡੌਗ, ਤਾਂ ਇਸ ਦੇ ਵਿੱਚ ਨੋਟ ਵਾਲੇ ਵਿੱਚ ਕਿੱਦਾਂ ਕਰਾਂਗੇ, ਲੈਟ ਉੱਦਾਂ ਹੀ ਲਗਾਵਾਂਗੇ, ਫਿਰ ਉੱਦਾਂ ਹੀ ਸਬਜੈਕਟ ਨੂੰ ਜਿਵੇਂ ਇੱਥੇ ਲੈ ਕੇ ਆਏ ਸੀਗੇ ਦ ਵਿੰਡੋ ਨੂੰ, ਇੱਦਾਂ ਇੱਥੇ ਦ ਡੌਗ ਨੂੰ ਇੱਧਰ ਲੈ ਆਉਣਾ, ਫਿਰ ਕਿਆ ਲਗਾਉਣਾ ਨੋਟ, ਫਿਰ ਉਸ ਤੋਂ ਬਾਅਦ ਬੀ ਲੱਗਣਾ ਹੀ ਲੱਗਣਾ, ਤੁਹਾਨੂੰ ਪਤਾ ਹੈ ਜਿੱਦਾਂ ਇੱਥੇ ਲੱਗਿਆ ਸੀਗਾ, ਠੀਕ ਹੈ ਨਾ, ਬੀ, ਔਰ ਫਿਰ ਜਿਹੜੀ ਵੀ ਵਰਬ ਹੈ ਉਹਦੀ ਥਰਡ ਫਾਰਮ, ਲੈਟ ਦ ਡੌਗ ਨੋਟ ਬੀ ਟੀਜ਼ਡ। ਇਹ ਤਾਂ ਹੋ ਗਿਆ ਥੋੜ੍ਹਾ ਜਿਹੜਾ ਆਪਾਂ ਫਰਸਟ ਰੂਲ ਦੱਸਿਆ। ਸੈਕਿੰਡ ਵਿੱਚ ਮੈਂ ਤੁਹਾਨੂੰ ਇਹ ਦੱਸ ਰਹੀ ਸੀਗੀ ਦੈਟ ਵੀ ਹੈਵ ਸਮਟਾਈਮਸ ਵੀ ਹੈਵ ਲੈਟ ਆਲਰੇਡੀ। ਇੱਥੇ ਤਾਂ ਲੈਟ ਨਹੀਂ ਸੀਗਾ, ਹੈ ਨਾ, ਜਿਹੜਾ ਤੁਹਾਡਾ ਸੈਂਟੈਂਸ ਹੈ ਉਹਦੇ 'ਚ ਲੈਟ ਨਹੀਂ ਸੀਗਾ, ਲੇਕਿਨ ਕੁਝ ਸੈਂਟੈਂਸਿਸ ਤੁਹਾਨੂੰ ਜਿਹੜਾ ਸੈਕਿੰਡ ਮੈਂ ਰੂਲ ਦੱਸਿਆ ਹੈ ਬਿਲਕੁਲ ਏ ਦੀ ਤਰ੍ਹਾਂ ਹੀ ਹੋਏਗਾ, ਮਤਲਬ ਜਿਵੇਂ ਆਹ ਵਾਲਾ ਰੂਲ ਹੈ ਸੇਮ ਹੋਏਗਾ, ਜਿਹਦੇ ਚਾਹੇ ਲੈਟ ਪਹਿਲਾਂ ਦਿੱਤੀ ਵੀ ਹੋਵੇ ਤਾਂ ਕਿਆ ਕਰਨਾ, ਲੈਟ ਲਗਾਉਣਾ, ਜਿਹੜਾ ਸਬਜੈਕਟ ਹੈ ਉਸਨੂੰ ਇੱਧਰ ਲੈ ਕੇ ਆਉਣਾ ਆਪਾਂ, ਠੀਕ ਹੈ ਨਾ, ਲੈਟ ਦਾ ਵਰਕ, ਫਿਰ ਕਿਆ ਲੱਗਣਾ ਹੈ ਬੀ, ਜਿਕਣਾ ਇਹਦੇ 'ਚ ਲੱਗਿਆ ਸੀਗਾ, ਔਰ ਵਰਬ ਦੀ ਥਰਡ ਫਾਰਮ। ਲੇਕਿਨ ਇੱਥੇ ਤੁਹਾਡਾ ਮੂਰੇ ਸਬਜੈਕਟ ਹੈ, ਉਸਨੂੰ ਇੱਧਰ ਲਿਆ ਕੇ ਤੁਸੀਂ ਆਬਜੈਕਟ ਫਿਰ ਬਣਾਉਣਾ ਹੈ, ਲੈਟ ਦਾ ਵਰਕ ਬੀ ਵਰਬ ਦੀ ਥਰਡ ਫਾਰਮ ਬਾਏ ਮੀ ਦਾ ਇੱਦਾਂ ਹੀ ਰਹੇਗਾ। ਹੁਣ ਇੱਥੇ ਯੂ ਆਰ ਨਾਟ ਗੋਇੰਗ ਟੂ ਚੇਂਜ ਇਨਟੂ ਆਈ, ਬਿਕੋਜ਼ ਲਾਸਟ ਵਿੱਚ ਆਈ ਕਦੇ ਨਹੀਂ ਲੱਗਦਾ। ਆਬਜੈਕਟਿਵ ਕੇਸ ਵਿੱਚ ਮੀ ਹੀ ਯੂਜ਼ ਹੁੰਦਾ ਹੈ। ਹੁਣ ਜਿਵੇਂ ਇੱਕ ਸੈਂਟੈਂਸ ਹੈ ਪਲੀਜ਼ ਹੈਲਪ ਮੀ, ਇਹ ਥਰਡ ਟਾਈਪ ਦਾ ਥੋੜਾ ਜਿਹੜਾ ਮੈਂ ਰੂਲ ਦੱਸਿਆ ਉਹਦਾ ਇਹ ਸੈਂਟੈਂਸ ਹੈ। ਤਾਂ ਪਲੀਜ਼ ਦਾ ਕਲੀਅਰ ਹੁੰਦਾ ਵੀ ਆਪਾਂ ਰਿਕੁਐਸਟ ਕਰ ਰਹੇ ਹਾਂ ਕਿਸੇ ਕੋਲੋਂ। ਸੋ ਵਟ ਵਿਲ ਸੇ ਯੂ ਆਰ ਰਿਕੁਐਸਟਡ, ਫਿਰ ਇਨਫਿਨਿਟਿਵ ਮਤਲਬ ਟੂ ਲਗਾ ਦੇਣਾ ਹੈ, ਔਰ ਫਿਰ ਜਿਹੜਾ ਦਿੱਤਾ ਹੋਇਆ ਪਲੀਜ਼ ਨੂੰ ਹਟਾ ਦੇਣਾ ਹੈ ਬਿਕੋਜ਼ ਉਹ ਰਿਕੁਐਸਟ ਵਿੱਚ ਆ ਗਿਆ। ਫਿਰ ਜਿਹੜਾ ਬਾਕੀ ਦਾ ਸੈਂਟੈਂਸ ਹੁੰਦਾ ਉਹਨੂੰ ਐਜ਼ ਇਟ ਇਜ਼ ਲਿਖ ਦੇਣਾ। ਨਾਓ ਯੂ ਆਰ ਨਾਟ ਗੋਇੰਗ ਟੂ ਮੇਕ ਇਟ ਦ ਥਰਡ ਫਾਰਮ, ਬਿਕੋਜ਼ ਜਿਹੜਾ TO2 ਇਨਫਿਨਿਟਿਵ ਹੁੰਦਾ ਉਸ ਤੋਂ ਬਾਅਦ ਹਮੇਸ਼ਾ ਆਲਵੇਜ਼ ਫਰਸਟ ਫਾਰਮ ਆਫ ਵਰਬ ਹੀ ਯੂਜ਼ ਹੁੰਦੀ ਹੈ। ਜਿਵੇਂ ਇਹ ਦੋ ਵਰਬ ਹੋ ਗਏ ਇੱਕ ਤਰੀਕੇ ਨਾਲ, ਰਿਕੁਐਸਟਡ ਵੀ ਵਰਬ ਹੈ ਔਰ ਹੈਲਪ ਵੀ ਵਰਬ ਹੈ। ਜਦੋਂ ਤੁਹਾਡੇ ਦੋ ਵਰਬ ਇੱਕ ਦੂਸਰੇ ਨਾਲ ਜੁੜਨਗੇ TO2 ਦੇ ਨਾਲ, ਤਾਂ 2 ਤੋਂ ਬਾਅਦ ਜਿਹੜੀ ਵਰਬ ਆਉਂਦੀ ਹੈ ਦੈਟ ਇਜ਼ ਆਲਵੇਜ਼ ਫਰਸਟ ਫਾਰਮ ਆਫ ਵਰਬ। ਦਿਸ ਇਜ਼ ਰੂਲ ਆਫ ਗ੍ਰਾਮਰ, ਨਾਟ ਦ ਰੂਲ ਆਫ ਵੌਇਸ, ਬੇਸਿਕ ਰੂਲ ਹੈ ਇਹ, right? So that is why we are this type of sentences, these are very easy to make it
बिकॉज यू जस्ट हैव टू पुट इट लाइक दिस, ਉਹਨੂੰ ਸੇਮ ਇੱਦਾਂ ਦਾ ਇੱਦਾਂ ਲਿਖ ਦੇਣਾ ਤੁਸੀਂ। ਜਿਵੇਂ ਇੱਥੇ ਦੇਖੋ ਗੋ देयर एट वंस, ऑर्डर लग रहा है ना, पता भी हुणे उत्थे चले जाओ, यू आर गिविंग एन ऑर्डर। सो यू लगाना हमेशा, आर लगाना हमेशा, यू आर ऑर्डर्ड। जिवें मैं थोड़ा इत्थे लिख के दिता वा, यू आर ऑर्डर्ड, यू आर रिक्वेस्टेड। अगर आप किसी को सुझाव भी दे रहे हैं, सलाह दे रहे हैं, तो यू आर एडवाइज्ड। जिवें आप कहते हैं ना कॉन्सनट्रेट ऑन योर स्टडीज, सो यू आर एडवाइज्ड टू कॉन्सनट्रेट ऑन योर स्टडीज, राइट। सो इत्थे क्या है, ऑर्डर है, सो यू आर ऑर्डर्ड टू गो देयर एट वंस एज इट इज आ जाना इत्थे। So it's very easy, imperative sentences. Now let's come to the sentences in which by is not used. ਹੁਣ ਜਿਵੇਂ ਆਪਾਂ ਮੋਸਟਲੀ ਜਿੰਨੇ ਵੀ ਆਪਾਂ ਹੁਣ ਸੈਂਟੈਂਸ ਬਣਾਏ ਆ ਪਿੱਛੇ, ਸਭ ਦੇ ਵਿੱਚ ਬਾਏ ਲਗਾ ਕੇ ਸਬਜੈਕਟ ਨੂੰ ਇੱਧਰ ਲੈ ਕੇ ਆਬਜੈਕਟ ਬਣਾਉਂਦੇ ਸੀਗੇ। ਕੁਝ ਸੈਂਟੈਂਸਿਸ ਇੱਦਾਂ ਦੇ ਹੁੰਦੇ ਆ ਜਿਹਦੇ ਵਿੱਚ ਕਿ ਬਾਏ ਯੂਜ਼ ਨਹੀਂ ਹੁੰਦਾ, ਕੁਝ ਹੋਰ ਪ੍ਰੈਪੋਜੀਸ਼ਨ ਯੂਜ਼ ਹੁੰਦੀ ਹੈ। ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਬਾਏ ਯੂਜ਼ ਹੋਵੇ, ਰਾਈਟ। ਜਿਵੇਂ ਇੱਥੇ ਸੈਂਟੈਂਸ ਦਾ ਐਗਜ਼ਾਮਪਲ ਦੇਖੋ, ਹਿਜ਼ ਵਰਕ ਸੈਟਿਸਫਾਈਡ ਮੀ। ਵੌਇਸ ਉੱਦਾਂ ਹੀ ਹੋਣੀ ਹੈ ਜਿੱਦਾਂ ਆਪਾਂ ਕਰਦੇ ਆ ਰਹੇ ਹਾਂ ਪਿੱਛੇ, ਹੈ ਨਾ। ਜਿਵੇਂ ਆਪਾਂ ਸਬਜੈਕਟ ਨੂੰ ਆਬਜੈਕਟ ਬਣਾ ਰਹੇ ਹਾਂ, ਆਬਜੈਕਟ ਨੂੰ ਸਬਜੈਕਟ ਬਣਾ ਰਹੇ ਹਾਂ, ਲੇਕਿਨ ਬਾਏ ਦੀ ਜਗ੍ਹਾ ਤੇ ਕੋਈ ਹੋਰ ਪ੍ਰੈਪੋਜੀਸ਼ਨ ਯੂਜ਼ ਹੋਏਗੀ ਸੁਟੇਬਲ ਜੋ ਤੁਹਾਨੂੰ ਲੱਗਦੀ ਹੈ। ਜਿਵੇਂ ਐਗਜ਼ਾਮਪਲ ਹੈ, ਹਿਜ਼ ਵਰਕ ਸੈਟਿਸਫਾਈਡ ਮੀ। मी ਦਾ क्या हो जाएगा, आई। और केड़ा टेंस है, सब्जेक्ट है, सीधे ही वर्ब आ रही है, कोई हेल्पिंग वर्ब नहीं है, सेकंड फॉर्म है, दैट मीन्स सिंपल पास्ट टेंस, राइट। सो आई सिंपल पास्ट टेंस ਦੇ वॉज और वर यूज ਹੁੰਦਾ है, तो वॉज लग गया आई ਦੇ ਨਾਲ। और उस तो बाद क्या आनी है, वर्ब सैटिस्फाइड। फिर ਆਪਾਂ ਹੁਣ ਬਾय नहीं लगाना, ਜਦੋਂ हिज वर्क ਨੂੰ इधर लेके आना, क्या लगाना, विद। भी मैं ਉਹਦੇ ਕੰਮ ਦੇ ਨਾਲ ਸੈਟੀਸਫਾਈਡ ਹੈ, दैट इज वाई ਆਪਾਂ ਇੱਥੇ ਬਾय नहीं लगाना, विद लगाना। Now the second sentence, this pot contains milk. Milk इधर आ गया, contains s लग रहा है, कोई helping verb नहीं है, it means केड़ा tense है, simple present। simple present ਦੇ ਵਿੱਚ क्या लगता है, voice ਦੇ ਵਿੱਚ passive voice ਵਿੱਚ is am are। ਤਾਂ milk ਆਪਾਂ singular form लेनी है ਇਹਦੀ, ਤਾਂ इसमें is लगेगा। milk is contained third form। ਹੁਣ क्या है, this pot इधर आएगा, ਤਾਂ in this pot, भी ਇਹਦੇ pot ਦੇ अंदर है milk, ਤਾਂ ਉਹਦੇ ਹਿਸਾਬ ਨਾਲ in ਆਏਗਾ, not by। अगला देखो, दैट न्यूज़ सरप्राइज मी ਦਾ आई हो गया, सरप्राइज्ड है, नो हेल्पिंग वर्ब, सिंपल पास्ट टेंस, तो क्या आएगा, वॉज या वर। आई दे नाल क्या आना है, वॉज। आई वॉज, फिर वर्ब दी थर्ड फॉर्म आ गई सरप्राइज्ड, और दैट न्यूज़ इधर आ गया, भाई उस न्यूज़ दे नाल मैं सरप्राइज्ड है, ते एट लगेगा इत्थे, एट दैट न्यूज़। अगला है, हिज वर्ड्स अलार्म्ड मी, राइट। तब मी दा क्या हो गया, आई, और अलार्म्ड सिंपल पास्ट टेंस है, तो वॉज या वर यूज होना है, तो मी दा आई हो गया। सो आई वॉज, फिर वर्ब दी थर्ड फॉर्म क्या होगी, अलार्म्ड। हिज वर्ड्स इधर आ जाने, इसलिए इत्थे एट आना है, नॉट बाय, राइट। सो दीज आर सम टाइप्स ऑफ सेंटेंसेस जिहदे च आपां जदों वॉइस करनी है, पैसिव वॉइस बनानी है, उत्थे आपां बाय यूज नहीं करना। नाउ वी हैव सम सेंटेंसेस जिहदे च की पैसिव आपां जदों बनाना है, तां सबजैक्ट जिहड़ा है वो मिसिंग होएगा, राइट। यानी मुरे जो सबजैक्ट आना है वो मिसिंग होंदा है। जिवें समटाइम्स इन पैसिव सेंटेंस है, हुण आपां पैसिव नूं एक्टिव बनाना है बच्चे इत्थे, ठीक है ना। तां जद उस तो तुहानूं पता लगेगा कि किद्दां पैसिव जिहड़ा सेंटेंस विच सबजैक्ट मिसिंग है, यानी एजेंट यानी सबजैक्ट इज नॉट गिवन एट इज अंडरस्टूड। मतलब कई बारी क्या होंदा है, सबजैक्ट दिता नहीं हुंदा, तुसीं तुहानूं वो चीज़ अंडरस्टूड हुंदी है कि इत्थे यही आना है। ऐदा दे इन सच केसिस द सबजैक्ट यानी डूअर हैज़ टू बी सप्लाइड बाय अस। मतलब ऐदा दे सेंटेंसिस दे विच सानू जिहड़ा डूअर है यानी जिहड़ा सबजैक्ट है वो अपने वल्लों सप्लाई करना पैंदा, यानी अपने वल्लों लगाना पैंदा है कॉमन सेंस दे नाल। देखो एग्जाम्पल देखोगे तो ज़्यादा समझ आएगा थानू। द थीफ हैज़ बीन कॉट, ये किहड़ा सेंटेंस है, पैसिव वॉइस है, थानू पता लग रहा है क्योंकि हैज़ दे नाल बीन लग्या होया है ना। मैं पिछे थानू परफेक्ट टेंस दी करवा चुकी है वॉइस, विच मैं थानू दस्सिया सीगा कि बीन यूज हुंदा है, तो बीन यूज होने करके थानू पता लग रहा है कि ये पैसिव वॉइस है। लेकिन तुसीं कहोगे इत्थे बाय नहीं लग्या वा, ਉਹੀ मैं गल थानू समझाने की कोशिश कर रही है। थीफ नू कौन फड़ेगा, ऑबवियसली पुलिस, तो इत्थे मिसिंग है वो। तो जदों तुसीं इहदी एक्टिव बनानी है ਤਾਂ ਜਿਹੜਾ ਸਬਜੈਕਟ ਮਿਸਿੰਗ, ਮੈਂ ਉਹੀ ਗੱਲ ਕਰ ਰਹੀ ਹਾਂ ਤੁਹਾਨੂੰ ਕਿ ਸਬਜੈਕਟ ਜਿਹੜਾ ਹੈ, ਕਿਉਂਕਿ ਇਹ ਪੈਸਿਵ ਵੌਇਸ ਹੈ, ਇਹ ਆਬਜੈਕਟ ਹੈ, ਔਰ ਜਿਹੜਾ ਲਾਸਟ ਵਿੱਚ ਹੈ ਉਹ ਸਬਜੈਕਟ ਕਹਿਲਾਉਂਦਾ ਹੈ। ਪਿੱਛੇ ਮੈਂ ਤੁਹਾਨੂੰ ਸਾਰੇ ਰੂਲਸ ਦੱਸ ਚੁੱਕੀ ਹਾਂ। ਤਾਂ ਸਬਜੈਕਟ ਕਿਆ ਹੈ, ਇੱਥੇ ਮਿਸਿੰਗ ਹੈ, यानी ਜਦੋਂ ਤੁਸੀਂ ਪੈਸਿਵ ਨੂੰ ਐਕਟਿਵ ਬਣਾਉਣਾ ਹੈ ਤਾਂ ਇੱਥੇ ਲਿਖਿਆ ਨਾ ਅੰਡਰਸਟੂਡ ਹੁੰਦਾ ਹੈ ਔਰ ਸਪਲਾਈਡ ਬਾय ਅਸ, ਯਾਨੀ ਜਿਹੜਾ ਸਬਜੈਕਟ ਹੈ ਉਹ ਅਸੀਂ ਆਪਣੇ ਵੱਲੋਂ ਲਗਾਉਣਾ ਹੈ। ਤਾਂ ਇੱਥੇ ਕਲੀਅਰ ਹੈ ਕਿ ਚੋਰ ਫੜਿਆ ਗਿਆ ਕਿਹਦੇ ਦੁਆਰਾ, ਆਬਵੀਅਸਲੀ ਪੁਲਿਸ ਦੁਆਰਾ, ਤਾਂ ਬਾय ਦਾ ਪੁਲਿਸ ਹੈ ਇੱਥੇ ਐਕਚੁਅਲੀ, ਬਟ ਇਟਸ ਨਾਟ ਗਿਵਨ ਏਅਰ। ਇੱਦਾਂ ਦੇ ਸੈਂਟੈਂਸ ਆ ਜਾਂਦੇ ਹੈ,
ठीक है जी। तो थानू पता होना चाहिए भी ये वर्ब है लास्ट में, ਇਹਦਾ मतलब सब्जैक्ट इज मिसिंग हेयर अकॉर्डिंग टू पैसिव सेंटेंस। तो सेंटेंस ਦੇ ਜਦੋਂ ਆਪਾਂ ਐਕਟਿਵ ਬਣਾਵਾਂਗੇ ਔਰ ਪਤਾ ਕਿੱਦਾਂ ਲੱਗੇਗਾ ਪੈਸਿਵ ਹੈ, ਬਿਕੋਜ਼ ਹੈਜ਼ ਦੇ ਨਾਲ ਬੀਨ ਲੱਗਿਆ ਹੋਇਆ। ਤਾਂ ਜਦੋਂ ਅਸੀਂ ਆਪਾਂ ਇਹਦੀ ਐਕਟਿਵ ਬਣਾਵਾਂਗੇ ਤਾਂ ਆਪਣੇ ਅੰਡਰਸਟੂਡ ਹੈ ਕਿ ਚੋਰ ਨੂੰ ਪੁਲਿਸ ਹੀ ਫੜਦੀ ਹੈ, ਤਾਂ ਦ ਪੁਲਿਸ ਅਸੀਂ ਆਪਣੇ ਵੱਲੋਂ ਸਪਲਾਈ ਕਰਨਾ ਹੈ, ਡੂਅਰ ਆਪਣੇ ਵੱਲੋਂ ਲਗਾਉਣਾ ਹੈ। ਔਰ ਹੈਜ਼ ਬੀਨ ਹੈ ਦਾ ਮਤਲਬ ਪਰਫੈਕਟ ਟੈਂਸ ਹੈ, ਤਾਂ ਹੈਜ਼ ਆ ਗਿਆ, ਫਿਰ ਥਰਡ ਫਾਰਮ ਲੱਗਦੀ ਹੈ ਪਰਫੈਕਟ ਟੈਂਸ ਦੇ ਵਿੱਚ, ਔਰ ਉਸ ਤੋਂ ਬਾਅਦ ਦ ਥੀਫ ਇੱਧਰ ਆ ਜਾਏਗਾ। ਦ ਪੁਲਿਸ ਹੈਜ਼ ਕੌਟ ਦ ਥੀਫ। ਜਦੋਂ ਆਪਾਂ ਪੈਸੇ ਬਣਾਉਂਦੇ ਤਾਂ ਇਹ ਬਣਦਾ ਹੈ ਦ ਥੀਫ ਹੈਜ਼ ਬੀਨ ਕੌਟ ਬਾय ਦ ਪੁਲਿਸ। ਆਪਣੇ ਵੱਲੋਂ ਆਪਣੇ ਮਨ ਵਿੱਚ ਸੋਚ ਕੇ ਫਿਰ ਆਪਾਂ ਬਣਾਉਣਾ ਹੈ। ਹੁਣ ਇੱਕ ਸੈਂਟੈਂਸ ਹੋਰ ਦੇਖੋ, ਇਟ ਮਸਟ ਬੀ ਡਨ। ਠੀਕ ਹੈ ਜੀ, ਇਹ ਮੋਡਲ ਹੈ ਤਾਂ ਇਹਦੇ 'ਚ ਬੀ ਲੱਗਦਾ, ਤਾਂ ਇਹਦਾ ਪਤਾ ਲੱਗ ਰਿਹਾ ਕਿ ਇਹ ਤੁਹਾਡਾ ਪੈਸਿਵ ਵੌਇਸ ਹੈ। ਆਪਾਂ ਇਹਨੂੰ ਐਕਟਿਵ ਬਣਾਵਾਂਗੇ। ਹੁਣ ਤੁਹਾਨੂੰ ਕੋਈ ਕਹਿ ਰਿਹਾ ਨਾ ਇਟ ਮਸਟ ਬੀ ਡਨ, ਓਬਵੀਅਸਲੀ ਸਾਨੂੰ ਕਹਿ ਰਿਹਾ ਕੋਈ, ਤਾਂ ਡਨ ਬਾਏ ਯੂ ਹੈ ਇਹਦਾ ਮਤਲਬ ਇਹ। ਤਾਂ ਅਸੀਂ ਆਪਾਂ ਆਪਣੇ ਵੱਲੋਂ ਯੂ ਲਗਾਵਾਂਗੇ ਔਰ ਮਸਟ ਆਉਣਾ ਇੱਥੇ। ਠੀਕ ਹੈ ਜੀ, ਬੀ ਹਟ ਜਾਏਗਾ ਬਿਕੋਜ਼ ਇਹ ਐਕਟਿਵ ਵੌਇਸ ਹੈ, ਇਹ ਪੈਸਿਵ ਵੌਇਸ ਹੈ। ਪੈਸਿਵ ਵੌਇਸ ਮੋਡਲ ਦੇ ਨਾਲ ਬੀ ਆਉਂਦਾ ਹੈ। ਸੋ ਆਈ ਵਿਲ ਟੈਲ ਯੂ ਇਨ ਦ ਨੈਕਸਟ ਟੌਪਿਕ। ਸੋ ਯੂ ਇੱਥੇ ਤਾਂ ਆਪਣੇ ਵੱਲੋਂ ਲਗਾ ਗਿਆ, ਮਸਟ, ਫਿਰ ਡਨ ਦਾ ਕਿਆ ਹੋ ਜਾਏਗਾ ਡੂ, ਬਿਕੋਜ਼ ਇਹ ਪੈਸਿਵ ਵੌਇਸ ਹੈ, ਥਰਡ ਫॉर्म ਆ ਰਹੀ ਹੈ। ਥਰਡ ਫॉर्म ਕਿਹਦੀ ਹੈ ਇਹ, ਡੂ ਦੀ। ਸੋ ਯੂ ਆਪਣੇ ਵੱਲੋਂ ਲਗਾ ਕੇ ਮਸਟ ਡੂ ਇਟ ਇੱਧਰ ਆ ਜਾਏਗਾ, ਇਟ ਦਾ ਇਟ ਰਹਿੰਦਾ ਹੈ। ਠੀਕ ਹੈ ਜੀ। ਨਾਓ ਵੀ ਹੈਵ ਦ ਨੈਕਸਟ ਸੈਂਟੈਂਸ, ਹੀ ਇਜ਼ ਵਾਂਟਡ ਐਟ ਹੋਮ। ਹੁਣ ਉਹਨੂੰ ਘਰ ਹੋਣਾ, ਮਤਲਬ ਕੋਈ ਚਾਹ ਰਿਹਾ ਉਹਨੂੰ ਘਰ। ਓਬਵੀਅਸਲੀ ਸਾਡੇ ਪੇਰੈਂਟਸ ਚਾਹੁੰਦੇ ਕਿ ਅਸੀਂ ਘਰ ਰਹੀਏ, है ना। तो इतने हिज पेरेंट मिसिंग है, बाय हिज पेरेंट, तो हिज पेरेंट्स इधर आ जाएगा। और इज लग्या हुआ है तो मतलब सिंपल प्रेजेंट टेंस है। ठीक है जी। और हिज पेरेंट्स है तो मतलब कोई हेल्पिंग वर्ब नहीं आनी, और वॉन्ट आएगा सीधा, वर्ब दी फर्स्ट फॉर्म आएगी, और क्योंकि पेरेंट दो है तो एस नहीं लगना। हिज पेरेंट्स वॉन्ट हिम एट होम। ये एक्स्ट्रा कुछ एडिशन हुंदा है, इसनूं तुसीं ऑब्जेक्ट तो बाद जोड़ना है। ही दा क्या हो गया, हिम। और जिहड़ा बच गया है, दिस इज नॉट योर सेकंड ऑब्जेक्ट, इहनूं ऑब्जेक्ट दे नाल कन्फ्यूज नहीं करना क्योंकि इहदे नाल प्रैपोजिशन लगी हुई है। ठीक है जी। एडवर्बियल है, इसनूं एक्स्ट्रा जिहड़ा है एंड दे विच ही रखना है। हिज पेरेंट्स अपने वालों लगा के वॉन्ट हिम एट होम, राइट। उस तो बाद है थोड़ा द वर्कमैन रिपेयर्ड द रोड। ठीक है जी। इनू भी तुसी सिंपल ऐदा ही बना सकते हैं। आई हैव नॉट डन इट बट इट्स वेरी सिंपल, ऑब्वियसली वर्कर ही बना रहे हैं। सो द रोड वॉज रिपेयर्ड बाय द वर्कमैन। ठीक है जी। ये सिंपल सेंटेंस है थोड़ा दिता है, द रोड वॉज रिपेयर्ड, तो किने रिपेयर करनी है रोड, वर्कमैन ने। ठीक है जी। सो द वर्कमैन रिपेयर्ड, सिंपल पास्ट टेंस है इसलिए वॉज लगी हुई है, सेकंड फॉर्म लगेगी इत्थे, रिपेयर्ड द रोड इधर आ गया। ठीक है जी। नाउ वी हैव द पैसिव ऑफ सेंटेंसेस हैविंग इन्फिनेटिव, जिहदे विच इन्फिनेटिव यानी टू लग्या होएगा। देखो सेंटेंस थोड़ा फर्स्ट रूल दिता हुआ है, टू चेंज सेंटेंसेस हैविंग इन्फिनेटिव वर्ब, यानी टू तो बाद वर्ब दी फर्स्ट फॉर्म। ऑलवेज हमें तुहानूं दस चुकी है, टू दे नाल वर्ब दी हमेशा किहड़ी फॉर्म आंदी है, फर्स्ट फॉर्म। सो इहदे लई किद्दां लगेगा, टू तो बाद फिर बी लगेगा और फिर उस तो बाद वर्ब दी थर्ड फॉर्म लगेगी। ऐदा ही दूजा रूल मैं तुहानूं दस रही है, फॉर द सेंटेंसेस विच बिगिन विद, अगर कोई सेंटेंस इट इज टाइम टू तो स्टार्ट हो रहा है, इट इज टाइम टू, तो यदि फॉर्म क्या बनेगी, पैसिव, इट इज टाइम, फिर उस तो बाद फॉर आना है, उस तो बाद जो ऑब्जेक्ट है वो आना है, फिर टू बी आना है, फिर थर्ड फॉर्म आनी, जिवें टू बी थर्ड फॉर्म इत्थे ही है, ऐदा ही इत्थे आनी। लेकिन इत्थे इज इट इज टाइम तो बाद फॉर लगा के फिर तुसी ऑब्जेक्ट नूं इधर ले आना है, और फिर टू बी वर्ब दी थर्ड फॉर्म उदा ही यूज होएगी। इहदे तुसी एग्जाम्पल देख लो, तुहानूं ज़्यादा क्लीयर हो जाएगा कि एग्जाम्पल है यू विल हैव टू डू इट, तो थोड़ा इत्थे देखो वर्ब दे नाल टू आ रहा है ना, तो आप इस दे अकॉर्डिंग टू बी थर्ड फॉर्म लगा देनी है, तो किद्दां हो जाएगा, इट इधर आ जाएगा। विल तो थानू पता ही है, आप कर चुके हैं, विल हैव इधर थानू दिता हुआ है, फिर क्या लगना है, टू दे बाद बी लगना है, बी, फिर वर्ब है, वर्ब क्या है इत्थे डू, डू दी थर्ड फॉर्म क्या होगी, डन। ठीक है जी। और बाय लगा के यू नू इधर ले आना। सो इट विल हैव टू बी डन बाय यू। एक और सेंटेंस देखो, शी हैड टू टेल द ट्रूथ। ठीक है जी। तो शी हैड टू टेल द ट्रूथ है सेंटेंस, तो द ट्रूथ इधर आ गया और हैड लग गया, हैड तो बाद टू है तो क्या लग जाएगा नाल, बी, और टेल दी थर्ड फॉर्म क्या होगी, टोल्ड, और बाय शी दा क्या हो जाएगा, हर। इस तो बाद मैं थानू इट इज टाइम वाली भी दस्या जी, मैं इत्थे दिता हुआ है, इट इज टाइम टू टेक अ कप ऑफ टी, तो इहदे च किद्दां बनना, इट इज टाइम तो इदां ही लिख देना,
फिर लिखना है फॉर, और जेड़ा भी ऑब्जेक्ट है, ऑब्जेक्ट क्या है इत्थे, अ कप ऑफ टी, वो इत्थे लिख देना है। फिर उदा ही बिल्कुल जिदा सारा टू बी थर्ड फॉर्म आई थी, टू बी थर्ड फॉर्म की लगनी है, वर्ब दी। वर्ब क्या है इत्थे, टेक, टू बी टेकन, ठीक है जी। इत्थे तक ही रहेगा बिकॉज पिछे वर्ब दी थर्ड फॉर्म तक आ गया थोड़ा सेंटेंस। इट इज़ टाइम फॉर अ कप ऑफ टी टू बी टेक, दैट्स ऑल। लास्ट ਦੇ ਵਿੱਚ ਤੁਹਾਡੀ वर्ब आई। जिवें इत्थे एक होर सेंटेंस देख लो इदां दा, मैं दोनों दे दो एग्जाम्पल दे दिते तुहानूं इत्थे। इट इज़ टाइम टू से प्रेयर्स, तो इट इज़ टाइम, फॉर आ गया और ऑब्जेक्ट इधर आ गया प्रेयर्स, और फिर क्या आना है, टू बी वर्ब दी थर्ड फॉर्म, तो टू बी से दी थर्ड फॉर्म सेड।